जिम्बाब्वे और वेस्ट इंडीज का मैच आज हुआ। वेस्ट इंडीज ने धुआंधार किस्म का मैच खेला, 254 स्कोर बनाए पहले खेलते हुए, जो कि टॉस जीतकर जिम्बाब्वे ने बैटिंग की दावत दी थी वेस्ट इंडीज को। तो वेस्ट इंडीज ने धुआं निकाल दिया जिम्बाब्वे का, और जिम्बाब्वे की जो टीम थी वो सिर्फ 147 स्कोर बना सकी 17 ओवर में और ऑल आउट हो चुकी थी। मैं कहना जी इंडिया दी तो मौजन लग गई, अगला मैच इंडिया ਦਾ जिम्बाब्वे ਨਾਲ ਹੀ है ना। जिम्बाब्वे कहेगा कि कुटो इन्हां ਨੂੰ ਰੱਜ ਕੇ ਕੁੱਟੋ। अगर वेस्ट इंडीज ने 253 स्कोर बनाया है तो इंडिया ਨੂੰ तो चाहिए कम से कम 300 स्कोर बनावे जिम्बाब्वे के खिलाफ। अस्सलाम वालेकुम नाजरीन, तिरगड़ पट्टी हाजिर है ਤੁਹਾਡੀ ਪੇਸ਼ੇ ਖਿਦਮਤ। और शाहिद साहब बोल रहे सी, तबसरा कर रहे सी और ਵੱਡਿਆਂ ਨੂੰ ਰੋਕਣਾ ਜ਼ਰਾ ਮੁਨਾਸਬ ਨਹੀਂ ਹੁੰਦਾ। नो डाउट कि ਅੱਜ ਵੈਸਟ ਇੰਡੀਜ਼ ਬਹੁਤ ਅੱਛਾ ਖੇਲੀ। ਡੈਰਨ ਸੈਮੀ ਦੀ ਟੀਮ ਸੀ, ਹਾਲਾਂਕਿ ਵਿੱਚੋਂ ਮੈਂ ਨਾਲ ਸੀ ਉਹਦੇ ਜ਼ਿੰਬਾਬਵੇ ਦੇ। ਸਿਕੰਦਰ ਪੱਟੀ ਉਹ ਜਿਹੜਾ ਸਿਕੰਦਰ ਰਜ਼ਾ ਸਿਕੰਦਰ ਪੱਟੀ ਬਰਾਦਰੀ ਨਾਲ ਜ਼ਰਾ ਆਪਣਾ ਲਵ ਹੈ ਤਿਰਗੜ ਪੱਟੀ। ਜਦੋਂ ਉਮੀਦਾਂ ਸੀ ਕਾਫੀ, ਲੇਕਿਨ ਕੋਈ ਗੱਲ ਨਹੀਂ, ਹਾਰ ਜਿੱਤ ਹੁੰਦੀ ਰਹਿੰਦੀ ਹੈ। ਡੈਰਨ ਸੈਮੀ ਦੀ ਕੋਚਿੰਗ ਦੇ ਵਿੱਚ ਬੜਾ ਅੱਛਾ ਖੇਲੀ ਮੁੰਡੇ। ਸ਼ਾਈ ਹੋਪ ਤੋਂ ਉਮੀਦ ਸੀ ਲੇਕਿਨ ਉਹ ਸ਼ਾਈ ਕਰਦਾ ਰਿਹਾ, ਲੇਕਿਨ ਇੱਕ ਉਹ ਬੰਦੇ ਨੇ 85 ਮਾਰੇ। ਹਾਂ, ਔਰ ਕਿਹੜਾ ਪੱਟੀ ਸੀ? अच्छा जी, बहरहाल ਜਿਹੜਾ ਇਹ ਮੈਚ ਸੀ ਬਹੁਤ ਜ਼ਬਰਦਸਤ ਮੈਚ ਹੋਇਆ, ਔਰ ਉਸ ਤੋਂ ਬਾਅਦ ਬੇਸਿਕਲੀ ਅਸੀਂ ਗੱਲ ਕਰਨੀ ਆ ਅੱਜ ਦੇ ਮੈਚ ਤੇ, ਜਿਹੜਾ ਹੁਣ ਮੈਚ ਪਾਕਿਸਤਾਨ ਤੇ ਇੰਗਲੈਂਡ ਦੇ ਦਰਮਿਆਨ ਚ ਪਾਲੇ ਕੈਲੀ ਗਰਾਊਂਡ ਦੇ ਵਿੱਚ ਖੇਡਿਆ ਜਾਏਗਾ। ਹਾਂਜੀ, केले पाले और कैंडी शहर उसका ग्राउंड है पाले केले। हाँ जी, केले पाले, ओके। और लो जी, इस ग्राउंड ਦੇ ਵਿੱਚ ਇੰਗਲੈਂਡ ਨੇ ਕਾਫੀ ਸਾਰੇ ਮੈਚ ਖੇਡੇ। ਇਸੇ ਫਰਵਰੀ ਚ ਵਰਲਡ ਕੱਪ ਤੋਂ ਪਹਿਲੇ ਵੀ ਇੰਗਲੈਂਡ ਨੇ श्रीलंका ਨੂੰ ਹਰਾਇਆ ਹੈ 3 ਮੈਚਾਂ ਦੀ ਸੀਰੀਜ਼। ਉਸ ਤੋਂ ਬਾਅਦ श्रीलंका ਨੂੰ ਉਹਨਾਂ ਨੇ ਪਰਸੋਂ ਦਾ ਮੈਚ ਵੀ ਹਰਾਇਆ ਹੈ ਔਰ ਬੁਰੇ ਤਰੀਕੇ ਨਾਲ ਹਰਾਇਆ। ਓਕੇ, ਮਤਲਬ श्रीलंका ਨੇ 146 ਸਕੋਰ ਇੰਗਲੈਂਡ ਨੇ ਬਣਾਇਆ ਸੀ, श्रीलंका ਨੂੰ 95 ਸਕੋਰ ਤੇ ਆਲ ਆਊਟ ਕਰ ਦਿੱਤਾ ਸੀ। ਬਿਲਕੁਲ। ਤੇ ਇਹ ਪਿਚ ਉਹ ਵਾਲੀ ਪਿਚ ਹੈ ਜਿੱਥੇ 180 ਸਕੋਰ ਵੀ ਚੇਜ਼ ਹੋਇਆ ਹੈ। ਇਹ ਉਹ ਵਾਲੀ ਪਿਚ ਹੈ ਜਿੱਥੇ 177 ਸਕੋਰ ਵੀ ਚੇਜ਼ ਹੋਇਆ ਹੈ। ਇਹ ਉਹ ਵਾਲੀ ਪਿਚ ਹੈ ਜਿੱਥੇ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਵੀ ਹਰਾਇਆ ਹੈ। ਹਰ ਕਿਸਮ ਦਾ ਤਜਰਬਾ। ਇਹ ਉਹ ਵਾਲਾ ਗਰਾਊਂਡ ਹੈ ਭਾਈਜਾਨ, ਤੇ ਇਹਦੇ ਵਿੱਚ ਜ਼ਿਆਦਾ ਮੈਚ ਖੇਡੇ ਹੈ ਕਿਉਂਕਿ 1 ਮਹੀਨਾ ਹੋ ਗਿਆ ਹੈ ਇੰਗਲੈਂਡ ਨੂੰ ਇੱਥੇ ਆ ਕੇ ਪ੍ਰੈਕਟਿਸ ਕਰ ਰਿਹਾ ਸੀ ਇੱਥੇ श्रीलंका ਦੇ ਵਿੱਚ। ਤੇ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਟਫ ਟਾਈਮ ਦਿੱਤਾ ਜਾਏਗਾ ਇੰਗਲੈਂਡ ਦੀ ਤਰਫੋਂ। ਹੁਣ ਬੇਸਿਕਲੀ ਜਿਹੜਾ ਕਿ ਇਹ ਜਿਹੜੀ ਗਰਾਊਂਡ ਹੈ, ਉਹ ਜਿਹੜਾ ਮੌਸਮ ਹੈ, ਕੱਲ ਦਾ ਮੌਸਮ ਬੜਾ ਅੱਛਾ ਹੋਏਗਾ, ਪੂਰਾ ਮੈਚ ਹੋਏਗਾ ਪਾਕਿਸਤਾਨ ਦਾ। ਕੋਈ ਬਾਰਿਸ਼ ਬੁਰਿਸ਼ ਉਸ ਤਰ੍ਹਾਂ ਦੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਤੁਸੀਂ ਸੋਚ ਕੇ ਬੈਠੋਗੇ 1 ਪੁਆਇੰਟ ਲੈ ਲਾਂਗੇ। ਕੋਈ ਪੁਆਇੰਟ ਨਹੀਂ ਮਿਲੇਗਾ ਤੁਹਾਨੂੰ, ਖੇਡਣਾ ਪਏਗਾ ਤੁਹਾਨੂੰ ਪੁਆਇੰਟ ਲੈਣ ਵਾਸਤੇ। ਰਾਹੇ ਫਰਾਰ ਨਹੀਂ ਫਰਾਜ਼। ਇਹ ਜਿਹੜੇ ਖੁਸ਼ ਹੋ ਰਹੇ ਸੀ ਨਾ, ਚਾਹ ਪੀ ਰਹੇ ਸੀ ਤੇ ਨਾਲ ਕਹਿੰਦੇ ਸੀ ਕਿ ਜੀ ਖੁਸ਼ੀ ਕਿਸ ਬਾਤ ਕੀ ਹੈ, 1 ਪੁਆਇੰਟ ਲੱਭ ਗਿਆ ਉਹਦੀ ਖੁਸ਼ੀ। 1 ਪੁਆਇੰਟ ਤੁਹਾਨੂੰ ਨਹੀਂ ਲੱਭਣਾ, जो मैं ਤੁਹਾਨੂੰ ਦੱਸ ਰਿਹਾ। आपको खेलना पड़ेगा और ये जो पिच है, अगर आप पहले खेलते हैं भाईजान तो कम से कम 190 स्कोर बनाने पड़ेंगे आपको अगर मैच जीतना है इंग्लैंड से, क्योंकि इंग्लैंड की टीम जो है फिल सॉल्ट अच्छा खेल रहे हैं, उसके बाद उनके हैरी ब्रूक अच्छा खेल रहे हैं, बटलर चल नहीं रहा लेकिन उनकी टीम जो है ना ओवरऑल अच्छी परफॉर्म कर रही है उनकी टीम। पाकिस्तान ਨੂੰ ਸਾਡੇ ਵੱਲੋਂ ऑल द बेस्ट। और बाबर ਹੈਗਾ? बाबर होल्ड नहीं हैगा। अच्छा जी, ਸਾਡਾ ਕਿੰਗ ਵੀ ਹੈਗਾ ਔਰ ਉਮੀਦ ਕਰਦੇ ਹਾਂ ਕਿ ਕਿੰਗ ਨੂੰ ਪਹਿਲੇ ਨੰਬਰ ਤੇ ਲੈ ਆਉਣਗੇ। ਸਲਮਾਨ ਅਲੀ ਆਗਾ ਸਾਹਿਬ ਥੋੜਾ ਜਿਹਾ ਦੇਖਣਗੇ, ਸੋਚਣਗੇ ਔਰ ਵਿਜ਼ਨਲੀ ਕ੍ਰਿਕਟ ਖੇਡਣਗੇ, ਇੱਕ ਸਿਆਣੇ ਬਣ ਕੇ ਖੇਡਣਗੇ ਔਰ ਸਿਆਣਪੁਣੇ ਨਾਲ ਹੀ। ਯਾਰ ਦੇਖੋ, ਬੈਸਟ ਪਲੈਨਿੰਗ ਹੋਵੇ ਤੁਹਾਡੇ ਕੋਲੇ ਸ਼ਾਹਿਦ ਸਾਹਿਬ, ਤੁਸੀਂ ਦੇਖੋ ਕਿ ਹਰ ਚੀਜ਼ ਹੀ ਹੈ ਤੁਹਾਡੇ ਕੋਲੇ। ਸਪਿਨਰ ਵੀ ਹੈ ਔਰ ਮੇਰਾ ਖਿਆਲ ਹੈ ਕਿ ਜਿੱਥੋਂ ਤੱਕ ਆਪਣੀ ਗੱਲ ਹੋ ਰਹੀ ਸੀ ਕਿ ਇਸ ਪਿਚ ਦੇ ਉੱਤੇ ਇਹ ਸਰ ਫਾਸਟ ਬੋਲਰ ਦੀ ਪਿਚ ਹੈਗੀ ਹੈ। ਫਾਸਟ ਬੋਲਰ ਦੀ ਪਿਚ ਨਹੀਂ ਹੈ, ਇਹ ਬੇਸਿਕਲੀ ਬੈਟਿੰਗ ਪਿਚ ਹੈ। ਔਰ ਬੈਟਿੰਗ ਪਿਚ ਦੇ ਦੌਰਾਨ ਜਿਹੜਾ ਹੈ ਨਾ 5-6 ਓਵਰ 7 ਓਵਰ ਜਿਹੜਾ ਹੈ ਉਹ ਫਾਸਟ ਬੋਲਰ ਨੂੰ ਕਾਫੀ ਜ਼ਿਆਦਾ ਮਦਦ ਮਿਲੇਗੀ, ਸਵਿੰਗ ਵੀ ਮਿਲੇਗੀ, ਸੀਮ ਵੀ ਮਿਲੇਗਾ ਔਰ ਬਿਹਤਰੀਨ ਗੇਂਦ ਕਰ ਸਕਦਾ ਹੈ ਫਾਸਟ ਬੋਲਰ ਪਹਿਲੇ 5-7-8 ਓਵਰ ਤੱਕ। ਉਸ ਤੋਂ ਬਾਅਦ ਜਿਹੜਾ ਹੈ ਉਹ ਸਪਿਨਰ ਨੂੰ ਜ਼ਿਆਦਾ ਪਿਚ ਤੇ ਮੌਕੇ ਚਾਂਸ ਮਿਲਣਾ ਚਾਹੀਦਾ ਕਿਉਂਕਿ ਡੈਪਥ ਓਵਰ ਜਿਹੜੀ ਹੈ ਨਾ, ਡੈਥ ਓਵਰ ਜਿਹੜੇ ਹੈ ਉਹ स्पिनर अच्छा कर सकते हैं। बिल्कुल, और साडा मिस्ट्री स्पिनर होएगा शायद। मैं उन टीम ते भी ਅਸੀਂ ਗੱਲ ਕਰੀਏ, ਅਗਰ ਤੇ ਟੀਮ ਤੇ ਅਗਰ ਗੱਲ ਕਰੀਏ ਨਾ ਇਹਦੇ ਤੇ ਇਹ ਜਿਹੜੀ ਗਰਾਊਂਡ ਹੈ ਪਾਲੇ ਕੈਲੀ ਗਰਾਊਂਡ ਹੈ, ਇਹਦੇ ਵਿੱਚ ਬਾਬਰ ਆਜ਼ਮ ਨੇ ਲੰਕਾਸ਼ਾਇਰ ਦੇ ਖਿਲਾਫ ਬਿਹਤਰੀਨ ਪਰਫਾਰਮੈਂਸ ਦਿੱਤੀ, 104 ਸਕੋਰ ਤੱਕ ਬਣਾਇਆ ਹੈ। ਇਹ ਪਿਚ ਜਿਹੜੀ ਹੈ ਇਹਦੇ ਵਿੱਚ
ਜਿਹੜੀ पाले केले दे ग्राउंड है, इसमें खेलने के लिए आपको पेशेंस के साथ खेलना पड़ेगा। ठीक है ਭਾਈਜਾਨ, ਇਹਦੇ ਵਿੱਚ ਤੁਹਾਨੂੰ ਇੱਕ एंकर रोल ਜਿਹੜਾ ਉਹ रखना पड़ेगा। पिच ਨੂੰ देखते होया, देख आपकी जो स्किल है वो तो आपको काम आती ही आती है, लेकिन पिच को रीड करते हुए खेलना पड़ेगा आपको। अगर आपने अन्ने वाली क्रिकेट खेडी ना ਤੇ ਤੁਸੀਂ ਕੋਈ ਨਹੀਂ ਜੇ ਜਿੱਤਣਾ। ਬਿਲਕੁਲ ਇੱਥੇ ਤੁਹਾਨੂੰ ਦਿਮਾਗ ਇਸਤੇਮਾਲ ਕਰਨਾ ਪਏਗਾ, ਪਿਚ ਦੇਖਣੀ ਪਏਗੀ, ਸਟ੍ਰੈਟਜੀ ਬਣਾਉਣੀ ਪਏਗੀ, ਉਹਦੇ ਬਾਅਦ ਤੁਸੀਂ ਜਿੱਤੋਗੇ। ਅਗਰ ਤੁਸੀਂ ਅੰਨੇਵਾਹ 9 ਨੰਬਰ ਤੱਕ ਤੁਸੀਂ ਬੈਟਿੰਗ ਖੜਾਈ ਨਾ ਤੇ ਤੁਸੀਂ ਕੋਈ ਨਹੀਂ ਜੇ ਜਿੱਤਣਾ। ਬਾਬਰ ਆਜ਼ਮ ਨੂੰ ਅੱਛਾ ਖਿਡਾਓ, ਬਾਬਰ ਆਜ਼ਮ ਨੂੰ ਮੈਂਟਲੀ ਪ੍ਰੈਸ਼ਰ ਜਿਹੜਾ ਨਾ ਉਹ ਦੂਰ ਕਰੋ। ਕਪਤਾਨ, ਕੋਚ, ਇਹ ਜਿਹੜੀ ਕੋਚਾਂ ਦੀ ਤੁਸੀਂ ਪੂਰੀ ਫੌਜ ਰੱਖੀ ਆ, ਰਲ ਕੇ ਇੱਕ ਬੰਦੇ ਦਾ ਤੁਸੀਂ ਪ੍ਰੈਸ਼ਰ ਨਹੀਂ ਤੁਸੀਂ ਹੱਲ ਕਰ ਸਕਦੇ। ਤੁਸੀਂ ਕੀ ਘੁੱਗੂ ਕਰਨਾ ਯਾਰ? ਹਾਂਜੀ, ਕੋਈ ਮੋਟੀਵੇਸ਼ਨਲ ਸਟੋਰੀਆਂ ਸੁਣਾਓ। ਮੋਟੀਵੇਸ਼ਨਲ ਸਟੋਰੀਆਂ ਨਾ ਸੁਣਾਓ ਯਾਰ, ਉਸ ਬੰਦੇ ਨੂੰ ਪ੍ਰੈਸ਼ਰ ਤੋਂ ਕੱਢੋ ਤੁਸੀਂ। ਹਾਂਜੀ, ਉਹਨੂੰ ਤੁਸੀਂ ਤੁਹਾਨੂੰ ਉਹ ਬੰਦਾ ਨੂੰ ਤੁਸੀਂ ਰੀਡ ਹੀ ਨਹੀਂ ਕਰ ਪਾਉਂਦੇ। ਉਹ ਜਿੱਥੇ ਉਹਨੂੰ ਐਂਕਰ ਰੋਲ ਤੁਸੀਂ ਲੈ ਕੇ ਜਾਣਾ ਹੁੰਦਾ, ਉਹਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਛਾਟਾ ਮਾਰ ਕੇ ਆਊਟ ਹੋ ਜਾਂਦਾ। ਉਹ ਜਿੱਥੇ ਉਹਨੂੰ ਤੁਸੀਂ ਕਹਿੰਦੇ ਹੋ ਕਿ ਜੀ ਛਾਟਾ ਮਾਰਨੀ, ਉੱਥੇ ਉਹ ਐਂਕਰ ਰੋਲ ਲੈ ਕੇ ਚੱਲਦੇ ਹੁੰਦਾ। ਉਹ ਭਾਈ ਉਹਨੂੰ ਉਹਦਾ ਰੋਲ ਦਿਓ, ਪ੍ਰੋਪਰ ਰੋਲ ਦਿਓ ਉਹਨੂੰ। ਇਹ ਹੁਣ ਤੇ ਉਹ ਗੱਲ ਹੀ ਨਹੀਂ ਰਹਿ ਗਈ ਯਾਰ। ਪਹਿਲੇ ਤੁਸੀਂ ਕਹਿੰਦੇ ਸੀ ਕਿ ਜੀ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਸਾਰੇ ਓਵਰ ਖੇਡ ਜਾਂਦੇ ਆ ਤੇ ਅਸੀਂ ਕੀ ਕਰੀਏ? ਹੁਣ ਤੇ ਨਹੀਂ ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਓਵਰ ਖੇਡਦੇ, ਹੁਣ ਤੁਸੀਂ ਕਿਹੜਾ ਕੋਈ ਤੁਸੀਂ ਤੀਰ ਮਾਰ ਲੈਂਦੇ ਹੋ। ਹਾਂ, ਹੁਣ ਵੀ ਅਸੀਂ ਕੀ ਕਰੀਏ? ਗੱਲ ਤੇ ਉੱਥੇ ਹੀ ਆ ਗਈ ਨਾ। ਹਰ ਗੱਲ ਤੇ ਰੋਣਾ ਇਹੀ ਹੈ ਕਿ ਅਸੀਂ ਕੀ ਕਰੀਏ। ਇਹਨਾਂ ਨੂੰ ਰੋਲ ਤੈਅ ਕਰਨਾ ਪੈਣਾ ਹੈ। ਹਾਂਜੀ, ਦੇਖੋ ਜਿਹੜੀ ਇੰਗਲੈਂਡ ਦੀ ਟੀਮ ਹੈ ਨਾ, ਇੰਗਲੈਂਡ ਦੀ ਟੀਮ ਪ੍ਰੋਪਰ 4 ਬੋਲਰਾਂ ਨੂੰ, 2 ਸਪਿਨਰ, 2 ਫਾਸਟ ਪ੍ਰੋਪਰ ਬੋਲਰ ਖਿਡਾਉਂਦੇ ਆ। ਠੀਕ ਹੈ, ਅਗਰ ਤੁਸੀਂ ਉਹ ਜਿਹੜਾ ਇੰਡੀਆ ਦੇ ਨਾਲ ਮੈਚ ਹੋਇਆ ਸੀ ਨਾ ਇਹਨਾਂ ਦਾ, ਸਾਊਥ ਅਫਰੀਕਾ ਦਾ, ਉਹਨਾਂ ਕੋਲੇ ਪ੍ਰੋਪਰ ਉਹਨਾਂ ਨੇ ਬੋਲਰ ਖਿਡਾਏ ਸੀ, ਪ੍ਰੋਪਰ ਫਾਸਟ ਬੋਲਰ, ਪ੍ਰੋਪਰ ਸਪਿਨ ਬੋਲਰ ਉਹਨਾਂ ਨੇ ਖਿਡਾਏ ਸੀ। ਤੁਸੀਂ ਵੀ ਕੋਈ ਅਕਲ ਨੂੰ ਹੱਥ ਮਾਰੋ। 9ਵੇਂ ਨੰਬਰ ਤੱਕ ਤੁਸੀਂ ਬੈਟਿੰਗ ਰੱਖਣ ਦਾ ਮਤਲਬ ਹੈ ਕਿ ਤੁਸੀਂ ਪਹਿਲੇ ਹੀ ਡਿਫੈਂਸਿਵ ਹੋ ਜਾਂਦੇ ਹੋ। ਤੁਸੀਂ ਤੁਹਾਨੂੰ ਅਗਲੇ ਬੰਦੇ ਨੂੰ ਤੁਸੀਂ ਦੱਸ ਦਿੰਦੇ ਹੋ ਕਿ ਯਾਰ ਮੈਂ ਮੈਂ ਤੇ ਡਰ ਗਿਆ, मैं तो डर गई, मैं तो 9 नंबर पे बॉलिंग बैटिंग लेके आ गई। ਤੁਹਾਨੂੰ ਫਹੀਮ ਅਸ਼ਰਫ ਦਾ ਰੋਲ ਤੈਅ ਕਰਨਾ ਪੈਣਾ। ਅਗਰ ਤੁਸੀਂ ਮੈਚ ਜਿੱਤਣਾ ਤੇ ਫਹੀਮ ਅਸ਼ਰਫ ਦਾ ਰੋਲ ਤੈਅ ਕਰੋ। ਅਗਰ ਤੇ ਉਹਨੂੰ ਆਲ ਰਾਊਂਡਰ ਖਿਡਾਉਣਾ ਤੇ ਆਲ ਰਾਊਂਡਰ ਉਹਦੇ ਕੋਲੋਂ ਬੋਲਿੰਗ ਵੀ ਕਰਾਓ, ਬੋਲਿੰਗ ਕਰਵਾਓ ਉਹਦੇ ਕੋਲੋਂ ਤੇ ਇੱਕ ਫਾਸਟ ਬੋਲਰ ਲੈ ਕੇ ਜਾਓ ਉਹਦੇ ਨਾਲ। ਅਗਰ ਤੁਸੀਂ ਉਹਨੂੰ ਬੈਟਸਮੈਨ ਖਿਲਾਉਣਾ ਤੇ ਉਹਦਾ ਨੰਬਰ ਉੱਤੇ ਲੈ ਕੇ ਆਓ ਯਾਰ। ਕੀ ਤੁਸੀਂ 8ਵੇਂ 9ਵੇਂ ਨੰਬਰ ਤੇ ਤੁਸੀਂ ਫਹੀਮ ਅਸ਼ਰਫ ਨੂੰ ਲੈ ਕੇ ਆ ਜਾਂਦੇ ਹੋ ਤੇ ਖਿਡਾਉਂਦੇ ਉਹਨੂੰ ਸਿਰਫ ਐਜ਼ ਏ ਤੁਸੀਂ ਬੈਟਸਮੈਨ ਹੋ। ਔਰ 9ਵੇਂ ਨੰਬਰ ਤੇ ਕਿਹੜਾ ਬੈਟਸਮੈਨ ਆਉਂਦਾ ਯਾਰ 8ਵੇਂ ਨੰਬਰ ਤੇ? ਬਿਲਕੁਲ ਸ਼ਾਹਿਦ ਸਾਹਿਬ, ਤੁਹਾਡਾ ਗੁੱਸਾ ਬਜਾ ਹੈ। ਮੈਨੇਜਮੈਂਟ ਦੇ ਵਿੱਚ ਕਾਫੀ ਸਾਰੀਆਂ ਗਲਤੀਆਂ ਜਿਹੜੀਆਂ ਸਾਨੂੰ ਇਹਨਾਂ ਨੂੰ ਫਿਲ ਕਰਨਾ ਪਏਗਾ। ਸਾਨੂੰ ਇੱਕ ਨਵੇਂ ਟ੍ਰੈਂਡ ਦੇ ਨਾਲ ਖੇਡਣਾ ਪਏਗਾ। ਮਤਲਬ ਕਿ ਮੁੰਡੇ ਯਾਰ ਸਾਰੇ ਕਾਬਲ ਹੈ, ਬੋਲਿੰਗ ਅੱਛੀ ਹੈ, बैटिंग अच्छी है, लेकिन वो जिवें शाहिद साहब ने गल की कि एक स्ट्रैटेजी बनाने की जरूरत है। एक सलमान अली आगा नू बहुत हो गया। सलमान अली आगा, ये जो आपकी जो 1-2 इनिंग आपने खेल ली थी ना ऑस्ट्रेलिया और ये श्रीलंका के खिलाफ, उससे बाहर आए आप और आप परफॉर्म करके दिखाएं। कप्तान है आप और आप जो है ना वो लीडिंग फ्रॉम दी फ्रंट करके दिखाएं हमें। और उसके बाद एक ही तुसी चीखा मार के तुसी दौड़ के पीछे हो जाते हो यार। बाबर आजम अगर तुहाडा प्लेयर है तो उन्होंने इस्तेमाल करो, उन्होंने यूटिलाइज करो, उन्होंने अच्छे तरीके नाल खिडाओ। उन्होंने ओपन लेके जाना तो ओपन लेके जाओ, जिथे वो परफॉर्म करदा उत्थे लेके जाओ। उन्होंने फकर जमान नूं खिडाउणा ते अच्छे तरीके नाल खिडाओ यार। उन्होंने तुसी क्यों जलील कर करके पहले तुसी मोहम्मद हारिस दा कैरियर तबाह कर दिता, उन्होंने मुख्तलिफ नंबर चेंज कर करके। उस तो बाद तुसी कैरियर तबाह कर दिता फकर जमान दा, नंबर चेंज कर करके उन्होंने बाहर बिठाता है। तुसी कोई गल नहीं, बेंच ते बिठाता है। तुसी मारांगे आपां इन्हां नूं ਤੇ ਤੁਸੀਂ ਸ਼ਾਹਿਦ ਸਾਹਿਬ ਸਹੀ ਕਹਿ ਰਹੇ ਜਨਾਬ। ਇਹਨਾਂ ਨੂੰ ਨੰਬਰ ਦੇ ਬਾਰੇ ਸੋਚਣਾ ਚਾਹੀਦਾ, ਓਪਨਰ ਦੇ ਬਾਰੇ ਸੋਚਣਾ ਚਾਹੀਦਾ। ਔਰ ਸਲਮਾਨ ਅਲੀ ਆਗਾ ਨੂੰ ਅੱਲਾਹ ਪਾਕ ਨੇ ਤੈਨੂੰ ਮਨਸਬ ਦਿੱਤਾ ਹੈ ਤੇ ਉਹਨੂੰ ਯੂਟਿਲਾਈਜ਼ ਕਰਕੇ ਦਿਖਾ ਯਾਰ ਕੁਛ। ਮਤਲਬ ਕਿ ਬੜੇ ਅਰਸੇ ਬਾਅਦ ਕੋਈ ਪਾਕਿਸਤਾਨੀਆਂ ਨੂੰ ਖੁਸ਼ੀ ਮਿਲੇ, ਕੋਈ ਟਰਾਫੀ ਸਾਡੇ ਕੋਲ ਵੀ ਆਵੇ। ਪੂਰੇ ਦੁਨੀਆ ਦੀ ਨਜ਼ਰਾਂ ਔਰ ਖਾਸ ਕਰਕੇ ਇੰਡੀਆ ਦੀ ਨਜ਼ਰਾਂ ਸਾਡੇ ਤੇ ਹੈ। ਔਰ ਤੁਸੀਂ ਉਹਨਾਂ ਦੀ ਉਮੀਦਾਂ ਤੇ ਪੂਰਾ ਨਾ ਉਤਰੋ, ਉਹਨਾਂ ਨੂੰ ਬਾਤਲ ਸਾਬਤ ਕਰਕੇ ਦਿਖਾਓ। ਸਾਡੀ ਵੈਲ ਵਿਸ਼ੇਸ ਪਾਕਿਸਤਾਨੀ ਟੀਮ ਦੇ ਨਾਲ, ਗ੍ਰੀਨ ਸ਼ਰਟਸ ਦੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਜਿੱਤਣ, ਔਰ ਲੇਕਿਨ ਇਹਨਾਂ ਦੇ ਨਾਲ ਹੀ मतलब कि ये मायूस होंगे, ਅਸੀਂ मायूस होंगे। मतलब उधर बाबर आउट होता है, इधर ਅਸੀਂ टीवी बंद कर देंगे। प्रॉपर बैट्समैन, प्रॉपर बॉलर खिलाने चाहिए। कल आपको 2 अपने जो स्पिनर बॉलर है ना उनके साथ जाना चाहिए। आपको इब्रार अहमद और उस्मान तारक दोनों को खिलाना चाहिए। बिल्कुल। आपको वो जो हमारा लड़का है सलमान मिर्जा, उसको लाजमी खिलाना चाहिए। जिस तरह की पिच है सलमान मिर्जा का खेलना बनता है। और शहनशाह अफरीदी ਦਾ ਤਾਂ ਤੁਸੀਂ ਸੋਚੋ ਹੀ ਨਾ। ਬਿਲਕੁਲ। ਅਗਰ ਤੁਸੀਂ ਉਹਨੂੰ ਐਜ਼ ਏ ਮਤਲਬ ਕਿ ਦਿਮਾਗ ਖੜਾਉਣਾ ਤਾਂ ਫਿਰ ਤੁਹਾਡੀ ਮਰਜ਼ੀ ਹੈ। ਲੇਕਿਨ ਉਂਝ ਉਹਦੀ ਜਗ੍ਹਾ ਨਹੀਂ ਬਣਦੀ ਹੈ ਇਸ ਟੀਮ 'ਚ। ਉਂਝ ਤੇ ਉਹਨੂੰ ਤੁਸੀਂ ਕੱਢ ਦਿਓ ਬਾਹਰ, ਉਹਨੂੰ ਤੁਸੀਂ
ਉਹ ਕਿਸੇ ਜੰਗਲ 'ਚ ਛੱਡ ਦਿਓ, ਕਿਸੇ ਜਜ਼ੀਰੇ 'ਚ ਛੱਡਿਆ ਉਹਨੂੰ, ਜਿੱਥੇ ਹਾਂਜੀ ਉਹ ਜਿਹੜਾ ਸੱਪਾਂ ਵਾਲਾ ਜਜ਼ੀਰਾ ਨਹੀਂ ਕਹਿੰਦੇ ਸੀ ਕਿ ਉਹ ਲੈ ਲਿਆ ਜੀ ਜਨਰਲ ਕਿਆਨੀ ਨੇ, ਉੱਥੇ ਛੱਡਿਆ ਉਹਨੂੰ। ਮੈਂ ਜਿੱਥੋਂ ਤੱਕ ਸਮਝ ਸਕਦਾ ਹਾਂ ਕਿ ਦੇਖੋ खिलाड़ी ਹੁੰਦਾ ਹੈ ਜਿਹਨੂੰ आवाम बर्दाश्त कर लेंदी है। पाकिस्तान की टीम को परफॉर्म करना चाहिए। आपको अगर आप परफॉर्म नहीं करते तो भाईजान आप अपनी टिकटें करा लो। बिल्कुल मैं बता रहा हूँ आपको, टिकटां शिकटां तुसी करा लो अपनियां वापसी ਦੀਆਂ ਤੇ ਤੁਸੀਂ ਸੈਮੀਫਾਈਨਲ ਸ਼ਾਇਦ ਕੋਈ ਨਹੀਂ ਖੇਡ ਰਹੇ ਹੋ ਤੁਸੀਂ। ਅਗਰ ਤੁਸੀਂ ਪਰਫਾਰਮ ਕਰੋਗੇ ਤੇ ਤੁਸੀਂ ਵਰਲਡ ਕੱਪ ਦੇ ਵਿੱਚ ਬਣੇ ਰਹੋਗੇ, ਨਹੀਂ ਤਾਂ ਮੇਰਾ ਪੁੱਤਰ ਤਿਆਰੀ ਕਰੋ ਆਪਣੀ, ਟਿਕਟਾਂ ਕਰਾਓ, ਘਰ ਆਓ ਟਾਈਮ ਨਾਲ, ਆਕੇ ਆਪਣੇ ਬੀਵੀ ਬੱਚਿਆਂ ਨੂੰ ਟਾਈਮ ਦਿਓ। ਮੇਰਾ ਫਾਈਨਲ ਤੱਕਰ ਜਾਂ ਸੈਮੀਫਾਈਨਲ ਤੱਕਰ ਵੀ ਚਲੇ ਜਾਣ ਤੇ ਚਲੋ ਸਾਡੀ ਲੱਜ रह जाएगी कोई। चलो जी, मेरा ख्याल है वीडियो को खत्म करिए ਅਸੀਂ। बिल्कुल नाज़रीन, अगर आपको हमारी वीडियो अच्छी लगी हो तो आप वीडियो को लाइक करें, हमारे चैनल को सब्सक्राइब करें और कमेंट करके बताएं कि पाकिस्तान की कौन कौन से खिलाड़ी, पाकिस्तान की कल टीम में पाकिस्तान की प्लेइंग 11 क्या होनी चाहिए, किस किस खिलाड़ी को खेलना चाहिए और किसको कौन से नंबर पर खेलना चाहिए।